सतनाम वाहिगुरु साहिब जी। श्री राग महला पहला। लेखै बोलन बोलना, लेखै खाना खाओ। लेखै वाट चलाइया, लेखै सुन वेखाओ। लेखै साल वाइयै, पढ़े के पुछण जाओ। बाबा माया रचना तो अंधै नाम विसारिया, ना तिस ए ना ओ रहाओ। जीवन मरना जाए कै, इथै खाजै काल। जिथै बह समझाइए, तिथै कोई न चलियो नाल। रोवण वाले जे तड़े, सब बन्नह पंड पराल। सब को आखै बहुत बहुत, घट न आखै कोई। कीमत किनै न पाइया, कहण न वड्डा होय। साचा साहब एक तू, होर जियां केते लो। नीचा अंदर नीच जात, नीची हूँ अत नीच। नानक तिन कै संग साथ, वड्डियां स्यों क्या रीस। जिथै नीच संभालियन, तिथै नदर तेरी बख्शीश। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਸ੍ਰੀ ਰਾਗ ਦਾ ਇਹ ਪਾਵਨ ਪਵਿੱਤਰ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸ੍ਰੀ ਰਾਗ ਦੇ ਸ਼ਬਦਾਂ ਵਿੱਚ ਤੀਸਰੇ ਸਥਾਨ 'ਤੇ ਅੰਕਿਤ ਹੈ। ਗੁਰੂ ਸਾਹਿਬ ਜੀ ਇਸ ਸ਼ਬਦ ਅੰਦਰ ਮਨੁੱਖ ਨੂੰ ਜੀਵਨ ਦੀ ਅਸਲੀਅਤ ਸਮਝਾਉਂਦੇ ਹਨ। ਮਾਇਆ ਸੰਸਾਰ ਦਾ ਪਸਾਰਾ ਇਹ ਕੀ ਹੈ ਅਤੇ ਮਨੁੱਖ ਇਸ ਨੂੰ ਕੀ ਸਮਝਦਾ ਹੈ ਅਤੇ ਕਿਵੇਂ ਇਹਦੇ ਵਿੱਚ ਪੈ ਕੇ ਜੀਵਨ ਬਾਜੀ ਨੂੰ ਹਾਰ ਜਾਂਦਾ ਅਤੇ ਕਿਵੇਂ ਇਸ ਬਾਜੀ ਨੂੰ ਜਿੱਤਿਆ ਜਾ ਸਕਦਾ। ਇਹ ਸਾਰਾ ਪਾਵਨ ਉਪਦੇਸ਼ ਸਤਿਗੁਰਾਂ ਨੇ ਇਸ ਸ਼ਬਦ ਵਿੱਚ ਦਿੱਤਾ ਹੈ। ਲੇਖਾ ਬੋਲਣ ਬੋਲਣਾ ਤੋਂ ਪੰਕਤੀ ਆਰੰਭ ਹੁੰਦੀ ਹੈ। ਲੇਖਾ ਹੁੰਦਾ ਹਿਸਾਬ ਕਿਤਾਬ। ਲੇਖਾ ਅਕਾਊਂਟ ਹਿਸਾਬ ਕਿਤਾਬ, ਜਿਵੇਂ ਆਪਾਂ ਕੋਈ ਵੀ ਆਪਣੇ ਕਾਰੋਬਾਰ ਦਾ ਹਿਸਾਬ ਕਰਦੇ ਹਾਂ ਉਹਨੂੰ ਲੇਖਾ ਕਹਿੰਦੇ। ਹਰ ਚੀਜ਼ ਹਿਸਾਬ ਵਿੱਚ ਹੈ। ਬੇਹਿਸਾਬ ਅਨਲਿਮਟਿਡ ਕੁਛ ਵੀ ਨਹੀਂ ਹੈ। ਇਹ ਜੋ ਸਾਡੀ ਜ਼ਿੰਦਗੀ ਹੈ, ਚਾਹੇ ਸਾਨੂੰ ਜਿੱਡੀ ਮਰਜ਼ੀ ਵੱਡੀ ਨਜ਼ਰ ਆਉਂਦੀ ਹੋਵੇ, ਪਰ ਇਹ ਸਭ ਕੁਛ ਲਿਮਟਿਡ ਹੈ। ਕੁਝ ਥੋੜ੍ਹੇ ਜਿਹੇ ਸਾਹ ਨੇ ਸਾਡੇ, ਕੁਝ ਖਾ ਲਾਂਗੇ, ਕੁਝ ਬੋਲ ਲਾਂਗੇ, ਕੁਝ ਤੁਰ ਲਾਂਗੇ। ਅਨਲਿਮਟਿਡ ਕੁਛ ਵੀ ਨਹੀਂ ਹੈ। ਬੋਲਣ ਬੋਲਣਾ ਜਾਂ ਖਾਣਾ ਖਾਣਾ ਜਾਂ ਵਾਟੇ ਤੁਰਨਾ, ਰਾਹੇ ਪੈਣਾ ਤੁਰਨਾ, ਜਾਂ ਸੁਣਨਾ ਜਾਂ ਵੇਖਣਾ, ਬੰਦੇ ਦੀ ਤ੍ਰਿਸ਼ਨਾ ਜਿਹੜੀ ਹੈ ਉਹਨੂੰ ਦੁਖੀ ਕਰਦੀ ਹੈ, ਕਿਉਂਕਿ ਉਹ ਹੋਰ ਵੇਖਣਾ ਚਾਹੁੰਦਾ, ਸੁਣਨਾ ਚਾਹੁੰਦਾ, ਚੱਲਣਾ ਚਾਹੁੰਦਾ, ਖਾਣਾ ਚਾਹੁੰਦਾ। ਇਸੇ ਨੂੰ ਹੀ ਆਪਾਂ ਐਂ ਸੁਣਦੇ ਸਮਝਦੇ ਹਾਂ ਬਾਣੀ ਵਿੱਚੋਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਵੀ, ਕਿ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਇੱਦਾਂ ਹੀ ਬਾਣੀ ਚਾਹੁੰਦਾ ਹੈ। ਆਖਣੇ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਵੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ। ਭੁੱਖਿਆਂ ਭੁੱਖ ਨਾ ਉਤਰੈ, ਗੱਲੀਂ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਕਿੰਨਾ ਕੁ ਬੋਲ ਲਾਂਗੇ ਆਪਾਂ, ਅਤੇ ਕਿੰਨਾ ਕੁ ਖਾ ਲਾਂਗੇ, ਅਤੇ ਕਿੰਨਾ ਕੁ ਤੁਰ ਲਾਂਗੇ, ਅਤੇ ਕਿੰਨਾ ਕੁ ਸੁਣ ਲਾਂਗੇ, ਕਿੰਨਾ ਕੁ ਵੇਖ ਲਾਂਗੇ। ਹਰ ਚੀਜ਼ ਲਿਮਟਿਡ ਹੈ। ਹਰ ਇੱਕ ਦੀ ਇੱਕ ਹੱਦ ਹੈ। ਲੇਖੇ 'ਚ ਹੈ ਸਾਰਾ ਕੁਝ, ਹਿਸਾਬ ਵਿੱਚ ਹੈ। ਬੇਹਿਸਾਬ ਕੁਛ ਵੀ ਨਹੀਂ ਹੈ। ਇੱਕ ਦਿਨ ਸਾਹ ਵੀ ਮੁੱਕਣੇ ਨੇ, ਇੱਕ ਦਿਨ ਖਾਣਾ ਵੀ ਖਾਧੇ ਜਾਣ ਤੋਂ ਸਰੀਰ ਨੇ ਨਾ ਕਰ ਦੇਣੀ ਹੈ, ਇੱਕ ਦਿਨ ਲੱਤਾਂ ਨੇ ਤੁਰਨ ਤੋਂ ਜਵਾਬ ਵੀ ਦੇਣਾ ਹੈ, ਅਤੇ ਇੱਕ ਦਿਨ ਸੁਣਨ ਵੇਖਣ ਤੋਂ ਕੰਨਾਂ ਨੇ ਵੀ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸ਼ਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ। ਰੰਗ ਹੀ ਹੋਰ ਹੋ ਜਾਣਾ। ਗੁਰੂ ਜੀ ਕਹਿੰਦੇ ਨੇ ਹਰ ਚੀਜ਼ ਲੇਖੇ ਵਿੱਚ ਹੈ, ਅਤੇ ਇਹਦੇ ਵਾਸਤੇ ਹਰ ਬੰਦਾ ਅੰਦਾਜ਼ਾ ਲਾ ਸਕਦਾ। ਕੋਈ ਪੜ੍ਹਿਆ ਪੰਡਤਾਂ ਨੂੰ ਪੁੱਛਣ ਦੀ ਲੋੜ ਨਹੀਂ ਕਿ ਵਿਦਵਾਨਾਂ ਨੂੰ ਪੁੱਛ ਕੇ ਆਓ ਵੀ ਭਲਾ ਇਹ ਗੱਲ ਸਹੀ ਹੈ। ਇਹ ਅਨਪੜ੍ਹ ਬੰਦਾ ਵੀ ਹਿਸਾਬ ਲਾ ਸਕਦਾ। ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ। ਲੇਖੈ ਵਾਟ ਚਲਾਈਆ, ਲੇਖੈ ਸੁਣ ਵੇਖਾਓ। ਲੇਖੈ ਸਾਲ ਵਾਈਐ, ਪੜ੍ਹੇ ਕੇ ਪੁੱਛਣ ਜਾਓ।
ਪੜ੍ਹਿਆਂ ਨੂੰ, ਪੰਡਤਾਂ ਨੂੰ, ਸਿਆਣਿਆਂ ਨੂੰ, ਵਿਦਵਾਨਾਂ ਨੂੰ ਕੋਈ ਪੁੱਛਣ ਜਾਣ ਦੀ ਲੋੜ ਨਹੀਂ। ਇੱਕ ਆਮ ਬੰਦਾ ਵੀ ਹਿਸਾਬ ਲਾ ਸਕਦਾ ਵੀ ਹਰ ਚੀਜ਼ ਲੇਖੇ 'ਚ ਹੈ। ਆ ਥੋੜ੍ਹੇ ਜਿਹੇ ਗਿਣਵੇਂ ਜੇ ਸਾਹ ਨੇ ਆਪਣੇ। ਬਾਬਾ ਫਰੀਦ ਜੀ ਨੇ ਲਿਖਿਆ, ਜੋ ਦੇਹ ਲੱਦੇ ਗਾਣਵੇ, ਇਹ ਗਿਣਵੇਂ ਸਾਹ ਨੇ। ਇਹ ਜ਼ਿੰਦਗੀ ਇੱਦਾਂ ਜਿਵੇਂ ਕੋਠੇ 'ਤੇ ਬੰਦਾ ਭੱਜ ਉੱਠੇ, ਅਤੇ ਕੋਠੇ 'ਤੇ ਭੱਜਾਂਗੇ ਤਾਂ ਫਿਰ ਸੜਕ 'ਤੇ ਤਾਂ ਚੱਲ 1 ਮੀਲ 2 ਮੀਲ ਬੰਦਾ ਭੱਜ ਸਕਦਾ, 10 ਮੀਲ 100 ਮੀਲ ਵੀ ਭੱਜ ਲਏ, ਸੜਕ ਨਹੀਂ ਖਤਮ ਹੁੰਦੀ। ਪਰ ਜੇ ਬੰਦਾ ਕੋਠੇ 'ਤੇ ਦੌੜੇ ਤੇ ਕੋਠਾ ਤੇ ਮੁੱਕ ਜਾਂਦਾ ਛੇਤੀ। ਇਹ ਜ਼ਿੰਦਗੀ ਕੋਠੇ 'ਤੇ ਦੌੜਨ ਵਰਗਾ ਕੰਮ ਆ। ਫਰੀਦਾ ਕੋਠੇ ਤੋਕਣ ਕੇਤੜਾ, ਫਿਰ ਨੀਂਦੜੀ ਨਿਵਾਰ। ਰੱਬ ਵੱਲੋਂ ਜਿਹੜੀ ਨੀਂਦ ਆਈ ਉਹਨੂੰ ਦੂਰ ਕਰ। ਜੋ ਦੇਹ ਲੱਦੇ ਗਾਣਵੇ, ਗਏ ਵਿਲਾੜ ਵਿਲਾੜ। ਜਿਹੜੇ ਗਿਣਵੇਂ ਜੇ ਦਿਨ ਲੱਭੇ ਸੀ ਉਹ ਗਏ ਛਾਲਾਂ ਮਾਰਦੇ ਲੰਘਦੇ। ਹਰ ਚੀਜ਼ ਗਿਣਵੀਂ ਮਿਣਵੀਂ ਤੁਲਵੀਂ ਮਿਲੀ ਹੋਈ ਹੈ। ਬੋਲਣਾ ਕਿੰਨਾ ਕੁ ਬੋਲਾਂਗੇ, ਜ਼ੁਬਾਨ ਨੇ ਥੱਕ ਜਾਣਾ, ਗਲਾ ਥੱਕ ਜਾਂਦਾ। ਕਿੰਨਾ ਕੁ ਖਾ ਲਾਂਗੇ, ਸਰੀਰ ਜਵਾਬ ਦੇ ਦਿੰਦਾ। ਕਿੰਨਾ ਕੁ ਤੁਰ ਲਾਂਗੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬੰਦੇ ਨੂੰ ਸੰਤੋਖ ਸਿਖਾਇਆ ਔਰ ਉਹਨੂੰ ਸਮਝਾਇਆ, ਇਹ ਜੀਵਨ ਦੀ ਨਾਸ਼ਵਾਨਤਾ, ਇਹ ਜੀਵਨ ਦੇ ਵਿੱਚ ਲਗਾਤਾਰ ਤਬਦੀਲੀ ਆਉਂਦੀ ਹੈ। ਜੋ ਦਿਖਦਾ ਹੈ ਉਹ ਹੁੰਦਾ ਨਹੀਂ, ਇੱਕ ਧੋਖਾ ਹੈ। ਰਹਾਉ ਵਾਲੀ ਪੰਕਤੀ 'ਚ ਅੱਗੇ ਆਊਗਾ। ਸਤਿਗੁਰੂ ਕਹਿੰਦੇ, ਬਾਬਾ ਮਾਇਆ ਰਚਨਾ ਧੋਹ। ਹੇ ਭਾਈ, ਮਾਇਆ ਦੀ ਰਚਨਾ ਧੋਖਾ ਹੈ। ਇਸ ਧੋਖੇ 'ਚ ਫਸ ਕੇ ਅੰਨੇ ਬੰਦੇ ਨੇ ਰੱਬ ਦਾ ਨਾਂ ਹੀ ਭੁਲਾ ਛੱਡਿਆ। ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਤੇ ਨਾ ਇਹ ਹੱਥ ਆਈ ਮਾਇਆ, ਤੇ ਨਾ ਉਹ ਪਰਮੇਸ਼ਰ। ਦੋਹਾਂ ਵੱਲੋਂ ਗਏ। ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ। ਬਾਬਾ ਮਾਇਆ ਰਚਨਾ ਤੋਹ, ਇਹ ਧੋਖਾ ਹੈ। ਜੋ ਲੱਗ ਰਿਹਾ ਉਹ ਹੈ ਨਹੀਂ। ਜਿਹਨੂੰ ਜੋ ਸਮਝਦੇ ਹਾਂ ਉਹ ਨਹੀਂ ਹੁੰਦਾ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਗੁਰੂ ਸਾਹਿਬ ਕਹਿੰਦੇ ਹਨ, ਜੀਵਨ ਮਰਣਾ ਜਾਏ ਕੈ, ਏਥੈ ਖਾਜੈ ਕਾਲ। ਜੰਮਣ ਤੋਂ ਮਰਨ ਤੱਕ ਇੱਥੇ ਬੰਦਾ ਰਹਿੰਦਾ, ਜਾਏ ਕੈ ਜੰਮ ਕੇ, ਅਤੇ ਇੱਥੇ ਫਿਰ ਖਾਜੈ ਕਾਲ, ਕੁਝ ਸਮਾਂ ਭੋਗਾਂ ਨੂੰ ਭੋਗਦਾ ਖਾਂਦਾ ਹੈ, ਅਤੇ ਕਾਲ ਮੁੜ ਕੇ ਇਹਨੂੰ ਵੀ ਖਾ ਜਾਂਦਾ ਹੈ। ਸੰਸਾਰ ਨਾਸ਼ਵੰਤ ਹੈ ਅਤੇ ਮਨੁੱਖ ਵੀ ਨਾਸ਼ਵੰਤ ਹੈ। ਬੰਦੇ ਨੂੰ ਜੋ ਕੁਝ ਨਜ਼ਰ ਆਉਂਦਾ, ਜੋ ਉਹਨੂੰ ਆਪਦੇ ਸਾਥੀ ਲੱਗਦੇ ਨੇ, ਜੋ ਉਹਨੂੰ ਸੁੱਖ ਸਹੂਲਤਾਂ ਆਪਣੀਆਂ ਲੱਗਦੀਆਂ, ਉਹ ਸਾਰੀਆਂ ਇੱਕ ਸਮਾਂ ਐਸਾ ਆਉਂਦਾ, ਇੱਕ ਥਾਂ ਐਸੀ ਆਉਂਦੀ ਜਿੱਥੇ ਬੰਦੇ ਨੂੰ ਉਹਦੇ ਕਰਮਾਂ ਦਾ ਲੇਖਾ ਸਮਝਾ ਦਿੱਤਾ ਜਾਂਦਾ ਹੈ, ਅਤੇ ਉੱਥੇ ਕੋਈ ਨਾਲ ਨਹੀਂ ਹੁੰਦਾ। ਜਿੱਥੇ ਬਹਿ ਸਮਝਾਈਐ, ਤਿੱਥੈ ਕੋਈ ਨਾ ਚੱਲਿਓ ਨਾਲ। ਇਹਨਾਂ ਕਰਮਾਂ ਦਾ ਜਿੱਥੇ ਲੇਖਾ ਹੁੰਦਾ, ਬੰਦੇ ਨੂੰ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਈ ਪਾਉਂਦੀ। ਹੁਣ ਸੁਣੀਐ ਕਿਆ ਰੂ ਆਇਆ, ਮਨ ਅੰਧੇ ਜਨਮ ਗਵਾਇਆ। ਉੱਥੇ ਕੋਈ ਵੀ ਨਾਲ ਨਹੀਂ ਹੁੰਦਾ। ਬੰਦਾ ਆਪਣੇ ਕਰਮਾਂ ਦਾ ਜਵਾਬ ਦੇ ਆਪ ਹੁੰਦਾ। ਫਿਰ ਦੁਨੀਆ ਦੇ ਜਿਹੜੇ ਲੋਕ ਨੇ, ਉਹ ਜਦੋਂ ਕੋਈ ਬੰਦਾ ਚਲਾ ਜਾਂਦਾ ਦੁਨੀਆ ਤੋਂ, ਰੋਂਦੇ ਨੇ। ਅਤੇ ਉਹਨਾਂ ਨੇ ਵੀ ਕੋਈ ਕੰਮ ਦੀ ਗੱਲ ਨਹੀਂ ਸਿੱਖੀ ਉਹਦੇ ਤੋਂ, ਉਹ ਵੀ ਪਰਾਲੀ ਦੀਆਂ ਪੰਡਾਂ ਬੰਨ੍ਹ ਰਹੇ ਨੇ। ਰੋਵਣ ਵਾਲੇ ਜੇਤੜੇ, ਸਭ ਬੰਨ੍ਹੈ ਪੰਡ ਪਰਾਲ। ਖੇਤਾਂ ਦੇ ਵਿੱਚ ਕਿਸਾਨ ਦੀ ਪਹਿਲ ਹੁੰਦੀ ਆ ਦਾਣੇ ਨੂੰ ਸੰਭਾਲਣ ਦੀ, ਕਣ ਨੂੰ ਸੰਭਾਲਣਾ, ਤੁਖੇ ਨੂੰ, ਥੋਥਰ ਨੂੰ, ਖਾਲੀ ਜਿਹੜਾ ਫੋਕ ਹੈ ਉਹਨੂੰ ਸੁੱਟਣਾ। ਹੁਣ ਵੀ ਤੁਸੀਂ ਵੇਖੋ, ਕਿਸਾਨ ਰੋਕਦਿਆਂ ਵੀ ਉਹ ਫੋਕ ਨੂੰ, ਪਰਾਲੀ ਨੂੰ ਅੱਗਾਂ ਲਾਈ ਜਾਂਦੇ ਹਨ। ਪਰਾਲੀ ਜਿਹੜੀ ਹੈ ਉਹਨੂੰ ਬੰਦਾ ਵਾਧੂ ਸਮਝਦਾ ਹੈ, ਅਤੇ ਉਹਨੂੰ ਦਾਣੇ ਜਿਹੜੇ ਨੇ, ਦਾਣਿਆਂ ਦੀ ਕੀਮਤ ਵੱਧ ਹੈ, ਉਹਨੂੰ ਹਰ ਕੋਈ ਸਮਝਦਾ। ਗੁਰੂ ਸਾਹਿਬ ਕਹਿੰਦੇ ਨੇ, ਅਸੀਂ ਵੀ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਅਸੀਂ ਜੋ ਚੰਗਾ ਹੈ, ਪਰਮਾਤਮਾ ਦਾ ਨਾਮ, ਜੀਵਨ ਦਾ ਤੱਤ, ਸੱਤ, ਸੱਚ ਉਪਦੇਸ਼, ਸਹਿਜ ਸੰਤੋਖ, ਜੀਵਨ ਦੀ ਨਾਸ਼ਵਾਨਤਾ ਨੂੰ ਸਮਝ ਕੇ ਇੱਕ ਰੱਬ ਦੇ ਭੈ ਵਾਲਾ ਜੀਵਨ ਜਿਉਣਾ, ਉਹ ਕੀਮਤੀ ਰਤਨ ਅਸੀਂ ਨਹੀਂ ਇਕੱਠਾ ਕੀਤਾ, ਅਸੀਂ ਵੀ ਕੂੜਾ ਇਕੱਠਾ ਕਰ ਲਿਆ। ਇੱਕ ਬੰਦਾ ਸੰਸਾਰ ਤੋਂ ਚਲਾ ਜਾਂਦਾ ਹੈ, ਬਾਕੀ ਸਾਰੇ ਉਹਦੇ ਵੱਲ ਵੇਖ ਕੇ ਤੱਤ ਵਸਤੂ ਗ੍ਰਹਿਣ ਨਹੀਂ ਕਰਦੇ, ਬਲਕਿ ਉਹ ਵੀ ਪਰਾਲੀ ਦੀਆਂ ਪੰਡਾਂ ਬੰਨ੍ਹੀ ਜਾਂਦੇ ਹਨ।
रोवण वाले जेतड़े सब बन्नै पंड पराल। सब को आखै बहुत बहुत घट न आखै कोई। कीमत किनै न पाईया कहण न वड्डा होय। साचा साहब एक तू होर जियां केते लो। हर कोई बहुत बहुत आखदा है, घट कोई भी नहीं आखदा। ध्यान नाल समझण वाली गल है। ਇਹਨੂੰ ਦੋ ਭਾਵਾਂ 'ਚ ਕਈ ਵਾਰ ਲੈ ਲਿਆ ਜਾਂਦਾ ਵੀ ਕੋਈ ਪਰਮਾਤਮਾ ਨੂੰ ਬਹੁਤ ਬਹੁਤ ਆਖਦੇ ਹਨ, ਜਾਂ ਫਿਰ ਆਪਣੇ ਵਾਸਤੇ ਮਾਇਆਵੀ ਭੋਗਾਂ ਪਦਾਰਥਾਂ ਨੂੰ ਬਹੁਤ ਬਹੁਤ। ਸ਼ਬਦ ਦੇ ਪ੍ਰਕਰਨ ਮੁਤਾਬਕ ਭੋਗਾਂ ਵਾਲੀ ਗੱਲ ਜ਼ਿਆਦਾ ਢੁਕਦੀ ਹੈ। ਹਰ ਕੋਈ ਬਹੁਤਾ ਬਹੁਤਾ ਖਾਣਾ ਬੋਲਣਾ ਚਾਹੁੰਦਾ, ਬਹੁਤਾ ਬਹੁਤਾ ਚੱਲਣਾ ਘੁੰਮਣਾ ਫਿਰਨਾ ਚਾਹੁੰਦਾ ਹੈ, ਬਹੁਤਾ ਸੁਣਨਾ ਚਾਹੁੰਦਾ ਹੈ, ਵੇਖਣਾ ਚਾਹੁੰਦਾ। ਅੱਖਾਂ ਵੇਖ ਕੇ ਨਹੀਂ ਰੱਜਦੀਆਂ, ਕੰਨ ਸੁਣ ਕੇ ਨਹੀਂ ਰੱਜਦੇ। ਘੱਟ ਕੋਈ ਨਹੀਂ ਚਾਹੁੰਦਾ। ਥੋੜ੍ਹਾ ਕਿਨੇ ਨਾ ਮੰਗਿਓ किस कहिए शाबाश। नदर तिना को नानका जे साबत लाए रास। गुरु साहब कहते पंछी दो ने, नानक तरवर एक फल, दोए पंखेरू आहे। आवत जात न दिस ही ना पर पंखी ताहे। दो पंछी आउंदे ने, एक थोड़ा जिहा बहुरंगी ते एक थोड़ा जिहा शांत संतोख वाला। बहुरंगी रस भोगिया शब्द रहै निर्वाण। हर रस फल राते नानका नाम जिन्हां निशान। जिन्हां दे कोल नाम दा निशान है वो हरि दे नाम रस दे फल विच वो रते जाते हैं, रंगे जाते हैं। गुरु जी कहते हैं कि परमात्मा की कृपा के पात्र ने, कर्म जिन्हां दे उत्ते है, निशान जिन्हां नूं लगा है रहमो कर्म का, वो नाम रस के फल नाल जुड़ते हैं। बाकी जो हैं वो संसारी तौर पर जो भोग हैं उन्हां दे विच अपना मन लाई रखते हैं। सब को आखै बहुत बहुत घट ना आखै कोई। कीमत किनै ना पाईया कहण ना वड्डा होए। मालक परमात्मा की कीमत नूं कोई पा नहीं सकिया, उहदी कुदरत अंत नहीं कोई पा सकिया। कहण नाल वो वड्डा नहीं हुंदा, साडे कहण नाल उहनूं कोई फर्क नहीं पैंदा। वो सच्चा साहिब है। होर बेअंत जीव बेअंत संसार बेअंत धरतियां हैं। साचा साहब एक तू होर जियां केते लो। बेअंत लोग हैं, बेअंत संसार हैं, तो बेअंत उन्हां दे मनुखां दे उपर साहिब जिहड़ा सच्चा है वो एक है। गुरु जी कहते हैं असल विच मनुख नूं जो दुनिया दिस रही है, बंदे नूं लगदा सिर्फ इन्नी है। इत्थे ही बंदा अपनी बादशाहत बनाउंदा, दूजियां को खो के खांदा। गुरु साहब जी कहते हैं इत्थे ही बंदे ने फिर कोई उच्चा बना लिया, कोई नीवा बना लिया। जिन्हें बहुता बोल लिया, जिन्हें बहुता खा लिया, जिन्हें बहुता चल लिया, तो सानू लगता भी वो बंदा हुण ज़्यादा तरक्की च है, तो दूजे बंदे उहदी रीस करते हैं। सिकंदर नूं दुनिया जितण दा चाਅ चढ़िया, इदां ही हर बंदा सिकंदर बनना चाहुंदा। गुरु साहब जी कहते हैं बंदा जो मर्जी कर लवे, ये साह भी एक दिन मुकने है, ये तन ने एक दिन जर्जरा हो जाना, खत्म हो जाना। बंदा लालच वस हो के अपना और दूजियां दा जीवन खराब करदा। फिर हर कोई एक दूजे तो वध श्रेष्ठ बनना चाहुंदा, और श्रेष्ठ दियां निशानियां ये ने, बोलना खाना सौना, यही इंद्रियावी सुखां नूं ही बंदा सुख मनदा। फिर इत्थों ही समाजिक वितकरा पैदा हुंदा है। कुछ लोग हाकम बन जाते हैं, कुछ गुलाम हो जाते हैं, कुछ उच्ची कुल दे हो जाते हैं, कुछ नीवीं कुल दे हो जाते हैं। गुरु साहब सच्चे पातशाह जी ने अखीरले बंद विच ये निचोड़ कढ़िया कि जिहड़ी बंदे दी लालच वाली दौड़ है ना, दुनिया नूं नासवंत नूं ना समझना, ते लालचवस हो के होर 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 दी दौड़ विच पै के बाकी दुनिया नूं बाकी मनुखां नूं दुखी कर देना, कंगाल कर देना, गरीब कर देना, ये जिहड़ी मनुख दी दौड़ है, इहदे नाल ऊच नीच बनी है, अमीरी गरीबी बनी है। महाराज ने कहा फिर जिन्हां नूं नीच कहा जांदा मैं उन्हां दे नाल हां। नीचा अंदर नीच जात, नीची हूँ अत नीच। नीवां दे अंदर नीवियां तो भी नीवा, नीच जात नीवियां तो भी नीवा जो है
ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਦਾਸ ਨਾਨਕ ਉਹਨਾਂ ਦੇ ਸੰਗ ਹੈ, ਉਹਨਾਂ ਦੇ ਨਾਲ ਹੈ ਜੋ ਨੀਵੇਂ ਨੇ, ਜਿਨ੍ਹਾਂ ਨੂੰ ਨੀਵੇਂ ਹੋਣ ਦਾ ਫਲ ਮਹਾਤਮ ਪਤਾ ਹੈ ਕਿ ਨੀਵੇਂ ਸੋ ਗੌਰਾ ਹੋਏ। ਜਿਨ੍ਹਾਂ ਨੂੰ ਗਰੀਬੀ ਗਦਾ ਹਮਾਰੀ ਸਮਝ ਆ ਗਈ, ਜਿਹੜੇ ਮਨ ਕਰਕੇ ਨੀਵੇਂ ਨੇ। ਬਾਹਰੀ ਤੌਰ 'ਤੇ ਵੀ ਜੋ ਨੀਵਾਂ ਹੈ ਉਹਨੂੰ ਵੀ ਸਾਥ ਦੀ ਹਮਦਰਦੀ ਦੀ ਲੋੜ ਹੁੰਦੀ ਆ, ਅਤੇ ਮਨ ਕਰਕੇ ਜੋ ਨੀਵਾਂ ਹੈ ਉਹਦੇ ਨਾਲ ਤੁਰ ਕੇ ਸਗੋਂ ਸਾਨੂੰ ਆਸਰਾ ਮਿਲ ਜਾਂਦਾ। ਜੇ ਅਸੀਂ ਇੱਕ ਗਰੀਬੀ ਸੁਭਾਅ ਵਾਲੇ ਮਨੁੱਖ ਦੇ ਨਾਲ ਤੁਰਦੇ ਹਾਂ ਤਾਂ ਸਾਨੂੰ ਵੀ ਬਲ ਮਿਲਦਾ ਹੈ, ਸਾਨੂੰ ਵੀ ਜੀਵਨ ਦੀ ਸੇਧ ਮਿਲਦੀ ਹੈ। ਇਸ ਲਈ ਬਾਬਾ ਜੀ ਕਹਿੰਦੇ ਸਾਡੀ ਵੱਡਿਆਂ ਨਾਲ ਕੋਈ ਰੀਸ ਨਹੀਂ, ਅਸੀਂ ਨਿਮਾਣਿਆਂ ਨਾਲ ਹਾਂ। ਚਾਹੇ ਬਾਹਰ ਦੀ ਗਰੀਬੀ ਹੈ, ਚਾਹੇ ਮਨ ਦੀ ਗਰੀਬੀ ਹੈ। ਜਿਹੜੀ ਗਰੀਬੀ ਹੈ ਇਹ ਬਹੁਤ ਵੱਡੀ ਰੱਬ ਦੀ ਦਾਤ ਹੀ ਹੈ। ਇਹ ਬੰਦੇ ਨੂੰ ਕਿਤੇ ਨਾ ਕਿਤੇ ਜ਼ਰੂਰ ਪਹੁੰਚਾਉਂਦੀ ਹੈ। ਸਤਿਗੁਰੂ ਕਹਿੰਦੇ ਨੇ ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਹੈ ਮਾਲਕ, ਜਿੱਥੇ ਨੀਵਿਆਂ ਦੀ ਸੰਭਾਲ ਹੁੰਦੀ ਹੈ ਉੱਥੇ ਤੇਰੀ ਨਦਰ ਤੇਰੀ ਬਖਸ਼ਿਸ਼ ਜ਼ਿਆਦਾ ਹੁੰਦੀ। ਗੁਰੂ ਘਰ ਸਦਾ ਨਿਮਾਣਿਆਂ ਦਾ ਮਾਣ ਰਿਹਾ। ਜਿਹਨੂੰ ਕਿਤੇ ਵੀ ਮਾਣ ਸਨਮਾਨ ਨਹੀਂ ਮਿਲਦਾ, ਗੁਰੂ ਘਰ ਦੇ ਵਿੱਚ ਉਹਨੂੰ ਵੀ ਆਦਰ ਨਾਲ ਬਿਠਾਇਆ ਜਾਂਦਾ, ਪ੍ਰਸ਼ਾਦਾ ਛਕਾਇਆ ਜਾਂਦਾ, ਉਹਦੇ ਮੰਜੇ ਬਿਸਤਰੇ ਦਾ ਪ੍ਰਬੰਧ ਕੀਤਾ ਜਾਂਦਾ। ਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਕਿ ਦੁਨੀਆ ਦੇ ਅੰਦਰ ਬਹੁਤਾ ਖਾਣ ਵਾਲੇ, ਬਹੁਤਾ ਬੋਲਣ ਵਾਲੇ, ਬਹੁਤਾ ਭੋਗਣ ਵਾਲੇ ਪਦਾਰਥਾਂ ਨੂੰ ਬਹੁਤੇ ਵੱਡੇ ਨਹੀਂ ਹੋ ਜਾਂਦੇ। ਇਹ ਮਾਇਆ ਦੀ ਰਚਨਾ ਧੋਖਾ ਹੈ। ਇਹਦੀ ਅੰਨੀ ਦੌੜ ਵਿੱਚ ਪੈ ਕੇ ਅਸੀਂ ਰੱਬ ਦਾ ਨਾਮ ਭੁੱਲ ਜਾਂਦੇ ਹਾਂ, ਅਤੇ ਨਾਮ ਵੀ ਗਿਆ ਤਾਂ ਫਿਰ ਦੁਨੀਆ ਵੀ ਇੱਕ ਦਿਨ ਖੁੱਸ ਹੀ ਜਾਂਦੀ ਹੈ। ਬਾਬਾ ਮਾਇਆ ਰਚਨਾ ਧੋ, ਅੰਧਾ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਇੱਧਰੋਂ ਵੀ ਗਏ ਅਤੇ ਉੱਧਰੋਂ ਵੀ ਗਏ। ਸ਼ਬਦ ਦਾ ਸਮੁੱਚਾ ਭਾਵ ਇਹ ਹੈ ਕਿ ਮਾਇਆ ਦੀ ਦੌੜ ਵਿੱਚ ਪੈ ਕੇ ਅਸੀਂ ਊਚ ਨੀਚ, ਅਮੀਰ ਗਰੀਬ, ਦੁੱਖ ਸੁੱਖ ਬਹੁਤ ਕੁਛ ਬਣਾ ਲਿਆ। ਪਰ ਜੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਸਮਝੇ, ਮੰਨ ਲਵੇ ਵੀ ਮੈਂ ਇੱਕ ਹੱਦ ਤੱਕ ਹੀ ਖਾ ਸਕਦਾ, ਬੋਲ ਸਕਦਾ, ਮੇਰੇ ਵੀ ਸਰੀਰ ਨੇ ਇੱਕ ਦਿਨ ਜਵਾਬ ਦੇਣਾ ਹੈ। ਮੈਂ ਕਿੰਨਾ ਕੁ ਚੱਲ ਲਾਂਗਾ, ਕਿੰਨਾ ਕੁ ਸੁਣ ਲਾਂਗਾ, ਕਿੰਨਾ ਕੁ ਵੇਖ ਲਾਂਗਾ। ਕਿ ਦੁਨੀਆ ਦੇ ਜਿੰਨੇ ਵੀ ਰਿਸੋਰਸਿਸ ਨੇ, ਸਾਧਨ ਨੇ, ਜੋ ਵੀ ਸੰਸਾਰ 'ਚ ਉਪਲਬਧ ਹੈ, ਉਹ ਵੰਡ ਕੇ ਛਕਣ ਦਾ ਸੁਭਾਅ ਬੰਦੇ ਨੂੰ ਪੈ ਜਾਏਗਾ ਜੇ ਬੰਦੇ ਨੂੰ ਆਹ ਗੱਲ ਸਮਝ ਆ ਜਾਏ। ਅਜੇ ਬੰਦੇ ਨੂੰ ਲੱਗਦਾ ਵੀ ਮੈਂ ਕਾਰੂ ਬਾਦਸ਼ਾਹ ਵਾਂਗੂ ਮੁਰਦਿਆਂ ਦੇ ਮੂੰਹ 'ਚੋਂ ਵੀ ਪੈਸਾ ਕੱਢ ਕੇ ਰੱਖ ਹੀ ਲਵਾਂ ਅਤੇ ਸ਼ਾਇਦ ਮੇਰਾ ਜ਼ਿਆਦਾ ਹੋਰ ਸਟੇਟਸ ਹਾਈ ਹੋ ਜੂ ਅਤੇ ਮੈਂ ਵਧੀਆ ਸੌਖਾ ਹੋ ਜਾਊਗਾ। ਸੱਚਾਈ ਇਹ ਹੈ ਕਿ ਇਨਸਾਨ ਜਿਹੜਾ ਹੈ ਅਖੀਰ ਦੇ ਵਿੱਚ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਅਖੀਰ ਬੰਦੇ ਨੇ ਧੂੜ ਮਿੱਟੀ ਹੋ ਜਾਣਾ। ਐਡਾ ਵੱਡਾ ਇਨਸਾਨ ਬੰਦਾ ਇੱਕ ਸਧਾਰਨ ਜੀ ਪੋਟਲੀ ਜੀ 'ਚ ਬੰਨ੍ਹ ਕੇ ਲੈ ਜਾਂਦੇ ਨੇ, ਅਤੇ ਉਹ ਟਿਕਟ ਭਾਵੇਂ ਉਹਦੀ ਪੂਰੀ ਲਈ ਹੁੰਦੀ ਆ, ਪਰ ਬੱਸ ਸੀਟ ਦੇ ਵਿੱਚ ਉਹਨੇ ਬਹਿਣਾ ਨਹੀਂ ਹੁੰਦਾ। ਉਹ ਇੰਨੀ ਕੁ ਥਾਂ 'ਚ ਕੁੱਜੇ 'ਚ ਪਾ ਕੇ ਰੱਖੀਆਂ ਹੁੰਦੀਆਂ ਅਸਥੀਆਂ ਬੰਦੇ ਦੀਆਂ। ਅਸੀਂ ਸੰਸਾਰ ਦੇ ਅੰਦਰ ਗੁਰਬਾਣੀ ਦੇ ਵਿੱਚੋਂ ਜਦੋਂ ਸੇਧ ਲੈਂਦੇ ਹਾਂ, ਬਾਣੀ ਕਹਿੰਦੀ ਹੈ ਰੋਵਣ ਵਾਲੇ ਜੇਤੜੇ ਸਭ ਬੰਨ੍ਹੈ ਪੰਡ ਪਰਾਲ। ਮ੍ਰਿਤਕ ਨੂੰ ਰੋਣ ਵਾਲੇ, ਉਹਦੇ ਨਾਂ 'ਤੇ ਐਵੇਂ ਫੋਕਟ ਰੀਤਾਂ ਰਸਮਾਂ ਕਰਨ ਵਾਲੇ, ਉਹ ਪਰਾਲੀ ਬੰਨ੍ਹ ਰਹੇ ਨੇ। ਦਾਣਾ ਕਣਕ ਜਿਹੜੀ ਕਣ ਹੈ ਉਹਨੂੰ ਛੱਡ ਰਹੇ ਨੇ। ਕਣ ਕੀ ਹੈ? ਮਹਾਰਾਜ ਨੇ ਕਿਹਾ ਹੈ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਜਾਗ ਪੈਣਾ, ਸਮਝ ਲੈਣਾ ਕਿ ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ, ਲੇਖੈ ਵਾਟ ਚਲਾਈਆ, ਲੇਖੈ ਸੁਣ ਵੇਖਾਓ, ਲੇਖੈ ਸਾਹ ਲਵਾਈਆਂ ਪੜ੍ਹੇ ਕੇ ਪੁੱਛਣ ਜਾਓ। ਹਰ ਚੀਜ਼ ਲੇਖੇ 'ਚ ਹੈ, ਲਿਮਟਡ ਹੈ, ਅਨਲਿਮਟਡ ਕੁਛ ਨਹੀਂ ਹੈ। ਇਹ ਜੀਵਨ ਥੋੜ੍ਹੇ ਚਿਰ ਲਈ ਮਿਲਿਆ। ਕਾਹਦੇ ਲਈ ਮਿਲਿਆ? ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਨਾਮ ਨੂੰ ਭੁਲਾ ਕੇ ਲੱਗਾ ਹੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਗੁਰੂ ਪਾਤਸ਼ਾਹ ਜੀ ਮਿਹਰਾਮਤ ਕਰਨ। ਸ਼ਬਦ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ। ਮੇਰੇ ਕੋਲੋਂ ਬੋਲਦਿਆਂ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ, ਗੁਰਮਤਿ ਤੋਂ ਵਿਰੁੱਧ ਕੋਈ ਬਚਨ ਕਿਹਾ ਗਿਆ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।